अस्सलाम वालेकुम नाज़रीन, कमर अब्बास मंच तुहाडी खिदमत 'च हाज़र है और मैं उम्मीद करदा कि तुसीं हमेशा की तरह खुशाबाद और खुशो खुरम होवोगे। अल्लाह ताला अपनी रहमत दे साए थले रखे। ते अज बड़ा एक खुशी का दिन भी है कि सब तो पहले तो मैं खुशखबरी देवांगा कि जिहड़ा पेट्रोल 40 रुपये घट गया है, 283 रुपये 38 पैसे ते डीजल का भी जिहड़ा 15 रुपये घटिया है। ਉਹਦੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਹ ਮਸਲਾ ਨਹੀਂ, ਇੱਕ ਮਸਲਾ ਹੱਲ ਹੋਇਆ ਹੈ। ਕਿਉਂਕਿ ਅਮੂਮਨ ਅਸੀਂ ਸੁਣਦੇ ਰਹਿੰਦੇ ਹਾਂ ਕਿ ਜਿਹੜਾ ਪੈਟਰੋਲ ਦੇ ਮਾਮਲਾਤ ਆ ਉਹ ਜਦੋਂ ਵੀ ਵੱਧਦਾ ਤੇ ਉਹਦੇ ਤੇ ਲੋਕਾਂ ਦਾ ਇੱਕੋ ਹੀ ਰੱਦੇ ਅਮਲ ਆਉਂਦਾ ਹੈ ਜੀ ਕਿ ਪੈਟਰੋਲ ਦਾ ਰੇਟ ਵੱਧ ਗਿਆ ਤੇ ਉਹਦੇ ਨਾਲ ਹਰ ਸ਼ੈ, ਹਰ ਚੀਜ਼ ਜਿਹੜੀ ਰੋਜ਼ਮਰਾ ਦੀ ਹੈ ਉਹ ਵੱਧ ਜਾਂਦੀ ਹੈ। ਤੇ ਹਮੇਸ਼ਾ ਮਤਲਬ ਜਦੋਂ ਪੈਟਰੋਲ ਵੱਧਦਾ ਹੈ ਤੇ ਲੋਕ ਅਮੂਮਨ ਇਹਦਾ ਗਿਲਾ ਕਰਦੇ ਹੋਏ ਰੇਟ ਵੀ ਵਧਾ ਦਿੰਦੇ ਆ ਦੁਕਾਨਦਾਰ ਹਜ਼ਰਾਤ। ਤੇ ਉਹ ਬਣਦਾ ਵੀ ਹੈ ਚਲੋ, ਕਿਉਂਕਿ ਪੈਟਰੋਲ ਦੇ ਉੱਤੇ ਹੀ ਟਰਾਂਸਪੋਰਟੇਸ਼ਨ ਔਰ ਸਾਰਾ ਸਿਸਟਮ ਕਿ ਮਤਲਬ ਜਿਹੜੀ ਰਸਾਈ ਆ ਕਿਸੇ ਚੀਜ਼ ਤੱਕ, ਉਹ ਜਿੰਨੀ ਦੇਰ ਤੱਕ ਤੁਸੀਂ ਟਰੈਵਲ ਨਹੀਂ ਕਰੋਗੇ, ਪੈਟਰੋਲ ਨਹੀਂ ਪਾਓਗੇ ਕਿਸੇ ਮੋਟਰਸਾਈਕਲ, ਕਾਰ, ਮਤਲਬ ਲੋਡਰ, ਹੁੰਡਾਈ, ਤੇ ਉਹ ਸਮਾਨ ਦੀ ਜਿਹੜੀ ਤਰਸੀਲ ਆ ਉਹ ਤੁਸੀਂ ਆਸਾਨੀ ਨਾਲ ਨਹੀਂ ਕਰ ਸਕਦੇ। ਲੇਕਿਨ ਉਹਦਾ ਜਿਹੜਾ ਅਸਰ ਹੈ ਜੀ ਪੈਟਰੋਲ ਦਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਪੈਂਦਾ ਹੈ ਜੀ। ਤੇ ਇਹ ਡੈਫੀਨੇਟਲੀ ਗੱਲ ਇਸ ਤਰ੍ਹਾਂ ਹੀ ਹੈ ਕਿ ਜਦੋਂ ਪੈਟਰੋਲ ਵੱਧਦਾ ਹੈ ਤੇ ਉਦੋਂ ਰੇਟ ਵੱਧਦੇ ਆ, ਕਿਰਾਏ ਵੱਧਦੇ ਆ ਜੀ। ਗੱਡੀਆਂ ਦੇ, ਬੱਸਾਂ ਦੇ, ਰਿਕਸ਼ਿਆਂ ਦੇ ਉਹ ਕਿਰਾਏ ਵੱਧ ਜਾਂਦੇ ਆ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਕਰਨਾ ਹੈ ਉਹ ਇਸ ਤੇ ਕਰਨਾ ਹੈ ਕਿ ਇੱਕ ਚੀਜ਼ ਘਟ ਜਾਂਦੀ ਹੈ। ਅਸੀਂ ਮਤਲਬ ਹਰ ਮਹੀਨੇ ਪੈਟਰੋਲ ਦਾ ਤੇ ਘਟਦਾ, ਉਸ ਤੋਂ ਇਲਾਵਾ ਜਿਹੜਾ ਡਾਲਰ ਹੈ ਉਹ ਵੀ ਘਟ ਗਿਆ, ਠੀਕ ਹੈ, ਉਹਦਾ ਰੇਟ ਵੀ। ਤੇ ਲੇਕਿਨ ਉਹਦੇ ਘਟਣ ਨਾਲ ਕੋਈ ਫਰਕ ਨਹੀਂ ਪੈ ਰਿਹਾ। ਮਤਲਬ ਆਲੇ ਦੁਆਲੇ ਦੀਆਂ ਜਿਹੜੀਆਂ ਚੀਜ਼ਾਂ ਹੈ ਉਹ ਉੱਥੇ ਦੀਆਂ ਉੱਥੇ ਹੀ ਰਹਿੰਦੀਆਂ ਨੇ। ਉਹਨਾਂ ਨੂੰ ਕੋਈ ਬੰਦਾ ਚੈੱਕ ਨਹੀਂ ਕਰਦਾ ਜਾਂ ਉਹਨਾਂ ਨੂੰ ਕੋਈ ਬੰਦਾ ਮਤਲਬ ਚੈਲੰਜ ਨਹੀਂ ਕਰਦਾ। ਤੇ ਉਹ ਬੱਸਾਂ ਵਾਲੇ ਵੀ ਆਪਣੀ ਮਰਜ਼ੀ ਕਰ ਰਹੇ ਹੁੰਦੇ ਆ। ਟਰਾਂਸਪੋਰਟੇਸ਼ਨ ਜਿੰਨੀ ਵੀ ਆ ਉਹ ਆਪਣੀ ਮਰਜ਼ੀ ਨਾਲ ਹੀ ਕਿਰਾਏ ਲੈਂਦੀ ਹੈ, ਆਪਣੀ ਮਰਜ਼ੀ ਨਾਲ ਹੀ ਉਹ ਸਾਰੇ ਰੇਟਸ ਜਿਹੜੇ ਆ ਉਹ ਤਯਨ ਕਰਦੀ ਹੈ। ਫਿਰ ਉਸ ਤੋਂ ਇਲਾਵਾ ਖਾਣ ਪੀਣ ਦੀਆਂ ਅਸ਼ੀਆਂ ਜਿਹੜੀਆਂ ਰੋਜ਼ਮਰਾ ਅਸੀਂ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਰੇਟਸ ਵੀ ਜਿਹੜੇ ਦੁਕਾਨਦਾਰ ਹਜ਼ਰਾਤ, ਖਾਸ ਕਰ ਲੋਕਲ ਸਿਟੀਜ਼ ਦੇ ਵਿੱਚ, ਲੋਕਲ ਸ਼ਹਿਰਾਂ ਦੇ ਵਿੱਚ, ਉਹ ਦੁਕਾਨਦਾਰ ਉਸੇ ਤਰ੍ਹਾਂ ਹੀ ਉਹਨੂੰ ਮਤਲਬ ਇਸਤੇਮਾਲ ਕਰ ਰਹੇ ਹੁੰਦੇ ਆ। ਤੇ ਉਹਦੇ 'ਚੋਂ ਕੋਈ ਬੰਦਾ ਉਹਦਾ ਰੇਟ ਘਟਾਉਣ ਤੇ ਰਾਜ਼ੀ ਨਹੀਂ ਹੁੰਦਾ ਜੇ ਅਗਰ ਪੈਟਰੋਲ ਜਾਂ ਡਾਲਰ ਦੇ ਰੇਟ 'ਚ ਕਮੀ ਆ। ਤੇ ਇਹਦੀ ਵਜ੍ਹਾ ਕੀ ਹੈ, ਇਹਦੇ ਰੀਜ਼ਨਸ ਕੀ ਆ, ਇਹਦੇ ਤੇ ਰੋਸ਼ਨੀ ਪਾਵਾਂਗੇ। ਤੇ ਦੂਸਰਾ ਹੈ ਕਿ ਮਤਲਬ ਇੱਕ ਸਵਾਲ ਵੀ ਸਾਡਾ ਹਮੇਸ਼ਾ ਦੀ ਤਰ੍ਹਾਂ ਰਹੇਗਾ ਕਿ ਅਸੀਂ ਇਹਨੂੰ ਕਿਦੋਂ ਠੀਕ ਕਰਾਂਗੇ, ਕਿਦੋਂ ਇਸ ਸਿਸਟਮ ਨੂੰ ਠੀਕ ਕਰਨ ਦੀ ਜਿਹੜੀ ਹਿੰਮਤ ਆ ਉਹ ਸਾਡੇ 'ਚ ਆਏਗੀ। ਕਿ ਮੈਂ ਇਹਦੇ 'ਚ ਨਾ ਕੁਛ ਚੀਜ਼ਾਂ ਜਿਹੜੀਆਂ ਰੋਜ਼ਮਰਾ ਅਸੀਂ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਰੇਟਸ ਜਿਹੜੇ ਮੌਜੂਦਾ ਨੇ ਉਹ ਦੇਖਦੇ ਹਾਂ ਕਿ ਪੈਟਰੋਲ ਕੱਲ੍ਹ ਦਾ ਘਟ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੀ ਰੇਟ ਦਾ ਫਰਕ ਆਉਂਦਾ। ਚੀਨੀ 155 ਰੁਪਏ ਆ, ਜਿਹੜੀ ਹਰ ਘਰ ਦੀ ਜ਼ਰੂਰਤ ਹੈ, ਜਿੱਥੇ ਮਤਲਬ ਕਹਿ ਲਓ ਕਿ ਚਾਹ ਬਣਦੀ ਹੈ ਤੇ ਨਾਲ ਚੀਨੀ ਲਾਜ਼ਮੀ ਹੈ, ਤੇ ਉਹਦਾ ਰੇਟ 155 ਰੁਪਏ ਆ। ਹੁਣ ਦੇਖੋ ਕਿ ਪਿੱਛੇ ਕਿਸ ਤਰ੍ਹਾਂ ਆਉਂਦੀ ਹੈ, ਕਿਉਂਕਿ ਮਤਲਬ ਜਿਹੜਾ ਇੱਕ ਬਣਿਆ ਸਾਡੇ ਮੁਲਕ ਦਾ ਇੱਕ ਤਕੀਆ ਕਲਾਮ ਕਿ ਡਾਲਰ ਵੱਧਦਾ ਹੈ ਤੇ ਚੀਜ਼ਾਂ ਦੇ ਰੇਟ ਵੱਧਦੇ ਆ, ਤੇ ਪੈਟਰੋਲ ਵੱਧਦਾ ਤੇ ਚੀਜ਼ਾਂ ਦੇ ਰੇਟ ਵੱਧਦੇ। 40 ਰੁਪਏ ਰੇਟ ਘਟਣ ਨਾਲ ਮਤਲਬ ਬਹੁਤ ਸਾਰੇ ਮਾਮਲਾ ਜਿਹੜੇ ਆ ਉਹ ਕਈ ਚੀਜ਼ਾਂ ਦੇ ਵਿੱਚ ਕਮੀ ਆ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਦਾਲ ਚਨਾ 355 ਰੁਪਏ ਆ, ਦਾਲ ਮਾਸ਼ 365 ਰੁਪਏ ਆ, ਤੇ ਜਿਹੜੀ ਆਪਣਾ ਚਨੇ ਹੈਗੇ ਆ ਬਲੈਕ, ਉਹ 199 ਰੁਪਏ। ਉਹਦੇ 'ਚ ਦੇਖੋ, ਹੁਣ ਦੇਖੋ ਇਹਨਾਂ ਦੇ ਵਿੱਚ ਕੀ ਰੱਦੋ ਬਦਲ ਹੁੰਦਾ ਹੈ ਤੇ ਕੀ ਇਹਨਾਂ ਦੇ ਰੇਟਸ ਘਟਦੇ ਆ ਜਾਂ ਨਹੀਂ ਘਟਦੇ, ਕਿਉਂਕਿ ਡਾਲਰ ਵੀ ਘਟ ਗਿਆ, ਮੈਂ ਬਾਰ-ਬਾਰ ਕਹੀ ਜਾਣਾ, ਤੇ ਪੈਟਰੋਲ ਵੀ ਘਟ ਗਿਆ। ਤੇ ਇਹਦੇ ਵਿੱਚ ਮਤਲਬ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਤਅਯਨ ਆ ਉਹ ਕਰਨਾ ਚਾਹੀਦਾ। ਤੇ ਗੌਰਮੈਂਟ ਨੂੰ ਇੱਕ ਮੋਨੀਟਰਿੰਗ ਟੀਮ ਜਿਹੜੀ ਹੈ, ਪ੍ਰਾਈਸ ਕੰਟਰੋਲ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੀ ਮਤਲਬ ਇਲਾਕੇ ਦੇ ਜਿਹੜੇ ਅਸਿਸਟੈਂਟ ਕਮਿਸ਼ਨਰਸ ਆ, ਡਿਪਟੀ ਕਮਿਸ਼ਨਰ ਆ, ਉਹ ਉਹਨੂੰ ਲੁੱਕ ਆਫਟ ਕਰਦਾ ਹੈ ਤੇ ਉਹ ਮਤਲਬ ਮੁਖਤਲਿਫ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੇਟਸ ਨੂੰ ਜਿਹੜਾ ਹੈ ਨਾ ਉਹ ਮੇਨਟੇਨ ਕਰਨ ਦੀ ਉਹਨਾਂ ਦੇ ਕੋਲ ਐਕਸੈਸ ਹੁੰਦੀ ਹੈ। ਲੇਕਿਨ ਬਦਕਿਸਮਤੀ ਨਾਲ ਇਸ ਤਰ੍ਹਾਂ ਹੁੰਦਾ ਨਹੀਂ। ਬਹੁਤ ਸਾਰੇ ਲੋਕਲ ਸਿਟੀਜ਼ ਦੇ ਵਿੱਚ ਬਹੁਤ ਸਾਰੇ ਐਸੇ ਸ਼ਹਿਰ ਆ, ਦਿਹਾਤ ਆ, ਮਤਲਬ ਜਿਨ੍ਹਾਂ ਨੂੰ ਕਵਰ ਕਰਨਾ ਹੀ ਬਹੁਤ ਮੁਸ਼ਕਿਲ ਆ। ਤੇ ਉਹ ਰੇਟਸ ਜਿਹੜੇ ਆ ਉਹ ਆਪਣੀ ਮਰਜ਼ੀ ਨਾਲ ਦੁਕਾਨਦਾਰ ਲਾਉਂਦੇ ਆ ਤੇ ਗਾਲਾਂ ਕਿਹਨੂੰ ਪੈ ਰਹੀਆਂ ਹੁੰਦੀਆਂ, ਗੌਰਮੈਂਟ ਨੂੰ।
ਇਹਦੇ 'ਚ ਮਤਲਬ ਗੌਰਮੈਂਟ ਚਲੋ ਇੱਕ ਜਗ੍ਹਾ ਦੇ ਉੱਤੇ ਕਰਦੀ ਵੀ ਆ, ਅਗਰ ਰੇਟਸ ਨੂੰ ਅੱਗੇ ਵਧਾਉਂਦੀ ਵੀ ਆ, ਤੇ ਲੇਕਿਨ ਉਸ ਤੋਂ 10 ਰੁਪਏ 20 ਰੁਪਏ ਉੱਤੇ ਰੱਖ ਕੇ ਦੁਕਾਨਦਾਰ ਹਜ਼ਰਾਤ ਜਿਹੜੇ ਆ ਲੋਕਲ, ਉਹ ਮਤਲਬ ਉਹਦੇ 'ਚ ਹੇਰਾਫੇਰੀ ਕਰਕੇ ਤੇ ਉਹ ਆਪਣੀ ਮਰਜ਼ੀ ਦੇ ਰੇਟ ਲਾਉਂਦੀ ਹੈ। ਤੇ ਜਿਹੜਾ ਬਿਲਕੁਲ ਮੁਨਾਸਿਬ ਨਹੀਂ ਹੈਗਾ ਕਿ ਆਵਾਮ ਤੇ ਅੱਗੇ ਹੀ ਮਰੀ ਪਈ ਹੈ, ਆਵਾਮ ਤੇ ਅੱਗੇ ਹੀ ਪਿਸੀ ਪਈ ਹੈ। ਲੇਕਿਨ ਅਫਸੋਸ ਕਿ ਅਸੀਂ ਆਪਣੇ ਭਰਾ ਹੀ ਇੱਕ ਦੂਸਰੇ ਨੂੰ ਲੁੱਟਣ ਤੇ ਲੱਕ ਬੰਨਿਆ ਹੋਇਆ। ਤੇ ਇਹ ਚੀਜ਼ਾਂ ਮਤਲਬ ਅੱਜ ਮੈਂ ਕੋਸ਼ਿਸ਼ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਕਰਦੀ ਹਾਂ ਕਿ ਅਗਰ ਚੀਜ਼ਾਂ ਦੇ ਰੇਟਸ ਘਟਦੇ ਆ, ਜਿਹੜੀਆਂ ਬਹੁਤ ਮੇਜਰ ਚੀਜ਼ਾਂ, ਪੈਟਰੋਲ ਬਹੁਤ ਮੇਜਰ ਆ, ਡਾਲਰ ਬਹੁਤ ਮੇਜਰ ਆ, ਇਹਦੇ ਤੇ ਹੀ ਸਾਰਾ ਦਾਰੋਮਦਾਰ ਹੈ ਜੀ। ਤੇ ਸਾਡੇ ਪਾਕਿਸਤਾਨ ਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਸੁਣਦੇ ਆਏ ਹਾਂ ਜੀ ਕਿ ਪੈਟਰੋਲ ਤੇ ਡਾਲਰ ਦੀ ਵਜ੍ਹਾ ਤੋਂ ਹੀ ਰੇਟ ਘਟਦੇ ਵੱਧਦੇ ਆ। ਤੇ ਅਗਰ ਇਹ ਰੇਟ ਘਟ ਰਹੇ ਆ ਤੇ ਫਿਰ ਇਹਨਾਂ ਦੇ ਵਿੱਚ ਮਤਲਬ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਰੇਟਸ ਨੂੰ ਘੱਟ ਕੀਤਾ ਜਾਵੇ। ਤੇ ਇਸੇ ਤਰ੍ਹਾਂ ਮਤਲਬ ਅਗਰ ਅਸੀਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਮੋਟਰਸਾਈਕਲ, ਬਾਈਕਸ, ਇਹ ਉਹ ਸਾਰਾ, ਇਹਨਾਂ ਚੀਜ਼ਾਂ ਦੇ ਉੱਤੇ ਅਗਰ ਗੱਲ ਕਰੀਏ ਕਿ ਹੋਂਡਾ 70 ਜੀ 1,68,000 ਰੁਪਏ ਦੀ, ਮਤਲਬ ਡਾਲਰ ਵਧਿਆ ਤੇ ਉਹਦਾ ਰੇਟ ਵੀ ਵੱਧ ਗਿਆ ਸੀ। ਤੇ ਹੁਣ ਉਹਦਾ ਰੇਟ ਘਟਿਆ ਤੇ ਡੈਫੀਨਿਟਲੀ ਗੱਲ ਹੈ ਕਿ ਜਿਹੜੀਆਂ ਮੋਟਰਸਾਈਕਲ ਕੰਪਨੀਆਂ ਹੈ, ਉਹਨਾਂ ਨੂੰ ਚਾਹੀਦਾ, ਗੌਰਮੈਂਟ ਨੂੰ ਚਾਹੀਦਾ ਕਿ ਉਹਨਾਂ ਦੀ ਮੋਨੀਟਰਿੰਗ ਕਰਕੇ ਉਹਨਾਂ ਦਾ ਰੇਟ ਜਿਹੜਾ ਹੈ ਉਹ ਪਿੱਛੇ ਲੈ ਕੇ ਆਉਂਦਾ ਜਾਵੇ, ਤਾਂ ਕਿ ਜਿਹੜੀ ਨਾ ਸਾਰਫ ਤੱਕ ਉਹ ਆਸਾਨੀ ਨਾਲ ਪਹੁੰਚ ਸਕੇ। ਫਿਰ 125 2,34,900 ਤੇ ਉਹ ਹੁਣ ਮਤਲਬ ਡੈਫੀਨਿਟਲੀ ਹੁਣ ਅਗਰ ਰੇਟ ਘਟਿਆ ਤਾਂ ਫਿਰ ਇਹਦੇ ਰੇਟ 'ਚ ਵੀ ਇਨਕਰੀਜ਼ਿੰਗ ਹੋਣੀ ਚਾਹੀਦੀ, ਇਹਨੂੰ ਪਿੱਛੇ ਵਾਪਸ ਲੈ ਕੇ ਆਉਣਾ ਚਾਹੀਦਾ। ਲੇਕਿਨ ਉਹਦੇ ਲਈ ਕਰਨਾ ਕੀ ਪਏਗਾ? ਉਹਦੇ ਲਈ ਕਰਨਾ ਇਹ ਪਏਗਾ ਕਿ ਇਹਦੀ ਮੋਨੀਟਰਿੰਗ, ਔਰ ਜਿਹੜੀ ਗੌਰਮੈਂਟ ਅਗਰ ਰੇਟਸ ਨੂੰ ਮੇਨਟੇਨ ਕਰਦੀ ਹੈ ਜਾਂ ਰੇਟ ਘਟਾਉਂਦੀ ਹੈ ਤਾਂ ਫਿਰ ਉਹ ਸਾਰਿਆਂ ਦੇ ਉੱਤੇ ਲਾਗੂ ਕਰੇ ਕਿ ਬਈ ਤੁਸੀਂ ਆਪਣੇ ਕਿਰਾਏ ਵੀ ਔਰ ਚੀਜ਼ਾਂ ਦੇ ਵਿੱਚ ਜਿਹੜੇ ਰੇਟਸ ਹੈਗੇ ਉਹ ਵੀ ਘੱਟ ਕਰ। ਤੇ ਗੌਰਮੈਂਟ ਕੋਈ ਇਦਾਂ ਦਾ ਕੋਈ ਮੈਕਨੀਜ਼ਮ, ਕੋਈ ਇਦਾਂ ਦਾ ਸਿਸਟਮ ਬਣਾਵੇ। ਸਿਸਟਮ ਹੈਗੇ ਆ ਜੀ, ਲੇਕਿਨ ਉਹ ਗੱਲ ਉਹੀ ਆ ਜਾਂਦੀ ਹੈ ਕਿ ਅਸੀਂ ਜਦੋਂ ਸਿਰਫ ਉਦੋਂ ਕਰਨਾ ਹੈ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ, ਉਸ ਤੋਂ ਪਹਿਲੇ ਅਸੀਂ ਇਹਦੀ ਮੋਨੀਟਰਿੰਗ ਨਹੀਂ ਕਰਨੀ। ਲੇਕਿਨ ਅਸੀਂ, ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਪਹਿਲੇ ਦਸੀਏ ਤੁਹਾਨੂੰ ਕਿ ਅਗਰ ਇਹ ਚੀਜ਼ਾਂ ਹੋ ਰਹੀਆਂ ਤੇ ਇਹਨਾਂ ਦੇ ਉੱਤੇ ਕਾਬੂ ਪਾਉਣਾ ਹੈ। ਇਸ ਚੀਜ਼ ਦੇ ਉੱਤੇ ਹਕੂਮਤੀ ਨੁਮਾਇੰਦੇ ਵੀ ਗੌਰ ਕਰ ਲੈਣ, ਤੇ ਜਿਹੜੇ ਮਸ਼ੀਨਰੀ, ਜਿਹੜੀ ਅਦਾਰੇ ਜਿਹੜੇ ਕੰਮ ਕਰ ਰਹੇ ਇਹਦੇ ਤੇ, ਉਹ ਵੀ ਇਹਦੇ ਤੇ ਗੌਰ ਕਰ ਲੈਣ। ਤੇ ਇਹਦੇ ਤੇ ਮਤਲਬ ਕੋਈ ਐਸੀ ਕੋਈ ਇੱਕ ਕਹਿ ਲਓ ਕਿ ਟੀਮ ਬਣਾਈ ਜਾਏ, ਜਾਂ ਉਹਨੂੰ ਜਿਹੜੀ ਰੇਟਸ ਨੂੰ ਮੇਨਟੇਨ ਕਰੇ ਔਰ ਕੰਟਰੋਲ ਪ੍ਰਾਈਸ ਦਾ ਇੱਕ ਸਿਸਟਮ ਜਿਹੜਾ ਹੈ ਉਹ ਲੈ ਕੇ ਆਵੇ। ਹੈ ਜ਼ਰੂਰ ਆ, ਲੇਕਿਨ ਅਸਿਸਟੈਂਟ ਕਮਿਸ਼ਨਰਸ ਨੇ ਸਾਰੇ ਰੋਜ਼ ਡੇਲੀ ਬੇਸ ਤੇ ਇੱਕ ਲਿਸਟ ਜਾਰੀ ਕਰ ਦਿੰਦੇ ਆ ਰੇਟਸ ਦੀ, ਲੇਕਿਨ ਬਦਕਿਸਮਤੀ ਨਾਲ ਉਹਨੂੰ ਚੈੱਕ ਕਰਨਾ ਕੋਈ ਵੀ ਦੁਬਾਰਾ ਨਹੀਂ ਸਮਝਦਾ। ਉਹ 10-10 ਰੁਪਏ ਦੇ ਫੱਟਿਆਂ ਦੇ ਉੱਤੇ ਰੇਟਸ, ਜਿਸ ਸਬਜ਼ੀ ਵਾਲੇ ਨੇ ਵੀ ਲਾਈ ਹੁੰਦੀ ਹੈ, ਗੋਸ਼ਤ ਵਾਲੇ ਨੇ ਵੀ ਲਾਈ ਹੁੰਦੀ, ਲੇਕਿਨ ਉਹਨੂੰ ਬਦਕਿਸਮਤੀ ਨਾਲ ਇਸ ਤਰ੍ਹਾਂ ਨਹੀਂ ਕਰਦੇ ਕਿ ਉਹਨੂੰ ਮਤਲਬ ਉਹਦੇ ਤੇ ਕੋਈ ਐਕਸ਼ਨ ਲੈ ਲਿਆ ਜਾਵੇ, ਜਾਂ ਉਹਨੂੰ ਪਰਮਨੈਂਟ ਕਰ ਦਿੱਤਾ ਜਾਵੇ, ਉਸ ਰੇਟ ਲਿਸਟ ਦੇ ਮੁਤਾਬਕ ਸਮਾਨ ਵੇਚਣ ਲਈ ਉਹਨਾਂ ਨੂੰ ਪਾਬੰਦ ਕੀਤਾ ਜਾਵੇ। ਲੇਕਿਨ ਅਫਸੋਸ ਕਿ ਇਸ ਤਰ੍ਹਾਂ ਹੁੰਦਾ ਨਹੀਂ। ਤੇ ਜਿਹੜੀ ਇਹ ਬਹੁਤ ਵੱਡੀ ਬਦਕਿਸਮਤੀ ਹੈ, ਇਹਦੇ ਵਿੱਚ ਮਾਮਲਾ ਇਹ ਹੈ ਕਿ ਅਗਰ ਗੌਰਮੈਂਟ ਚਾਹਵੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਮੋਨੀਟਰ ਕਰ ਸਕਦੀ ਹੈ। ਜਿਸ ਤਰ੍ਹਾਂ ਮਤਲਬ ਰੇਟਸ ਵਧਣ ਦਾ ਨੋਟੀਫਿਕੇਸ਼ਨ ਹੁੰਦਾ, ਇਸ ਤਰ੍ਹਾਂ ਘਟਣ ਦਾ ਇੱਕ ਨੋਟੀਫਿਕੇਸ਼ਨ ਹੋਣਾ ਚਾਹੀਦਾ ਕਿ ਇੱਥੇ ਇਹ ਚੀਜ਼ ਇੰਨੇ 'ਚ ਸੀ, ਇੰਨੇ 'ਚ ਵਿਕਣੀ ਚਾਹੀਦੀ। ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਮਸਲਾ ਹੈਗਾ, ਜਿਹੜਾ ਓਵਰਆਲ ਪਾਕਿਸਤਾਨ ਦੇ ਵਿੱਚ ਬਹੁਤ ਸ਼ਿੱਦਤ ਇਖਤਿਆਰ ਕਰ ਗਿਆ, ਕਿਉਂਕਿ ਮਹਿੰਗਾਈ ਵੀ ਕਹਿ ਲਓ ਕਿ ਉਹ ਅਸਤਹਾ ਵਾ ਜਿਹੜਾ ਗਰੀਬ ਆਦਮੀ ਨੂੰ ਖ਼ਤਮ ਕਰਨ ਤੇ ਲੱਗਾ ਹੋਇਆ, ਤੇ ਗਰੀਬ ਆਦਮੀ ਨੂੰ ਹੀ ਇਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਤੇ ਮੇਰੀ ਇਸਤਦਾ ਹੈ ਗੌਰਮੈਂਟ ਅੱਗੇ, ਆਲਾ ਹੁਕਾਮ ਅੱਗੇ, ਕਿ ਇਸ ਮਾਮਲੇ ਨੂੰ ਵੀ ਬਗੌਰ ਵੇਖਿਆ ਜਾਵੇ, ਔਰ ਇਹਦੇ ਤੇ ਅਗਰ ਤੁਸੀਂ ਪੈਟਰੋਲ ਨੂੰ ਘਟਾਇਆ ਜਾਂ ਡਾਲਰਸ ਦੀ ਕੀਮਤ ਘਟੀ ਹੈ, ਤੇ ਫਿਰ ਚੀਜ਼ਾਂ ਦੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਵੀ ਘਟਾਉਣਾ ਚਾਹੀਦਾ, ਉਹ ਵੀ ਘਟਣਾ ਚਾਹੀਦਾ। ਤੇ ਇਹ ਮਤਲਬ ਇਸ ਪ੍ਰੋਗਰਾਮ ਦਾ ਅੱਜ ਦਾ ਕਰਨ ਦਾ ਮਕਸਦ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੈਟਰੋਲ ਘਟਿਆ, ਲੇਕਿਨ ਇਹਦੇ ਜਿਹੜੇ ਅਸਰਾਤ ਆ ਘਟਣ ਦੇ ਵੀ, ਅਗਰ ਵਧਣ ਦੇ ਅਸਰਾਤ ਵੇਖੇ ਜਾਂਦੇ ਆ ਔਰ ਲੋਕ ਤੁਹਾਨੂੰ ਬੁਰਾ ਭਲਾ ਕਹਿੰਦੇ ਆ, ਅਗਰ ਤੁਸੀਂ ਇਹਨੂੰ ਘਟਾਉਣ ਤੇ ਕੁਛ ਅੱਛਾ ਕਰ ਲਓ, ਨਾਲ ਨਾਲ ਮਤਲਬ ਉਹਨਾਂ ਚੀਜ਼ਾਂ ਨੂੰ ਵੀ ਥੋੜ੍ਹਾ ਜਿਹਾ ਰਿਲੀਫ ਦੇ ਦਿਓ ਜਿਹੜੀਆਂ ਚੀਜ਼ਾਂ ਮਹਿੰਗੀਆਂ ਨੇ, ਇਹਦੀ ਵਜ੍ਹਾ ਤੋਂ ਇਹਦਾ ਬਹਾਨਾ ਬਣਾ ਕੇ ਮਹਿੰਗੀਆਂ ਕੀਤੀਆਂ ਜਾਂਦੀਆਂ, ਤੇ ਫਿਰ ਤੁਹਾਡੀ ਵੀ ਬੱਲੇ ਬੱਲੇ ਹੋ ਜਾਵੇ। ਤੇ ਬਸ ਇਹ ਪ੍ਰੋਗਰਾਮ ਦਾ ਅੱਜ ਦਾ ਮਕਸਦ ਇਹ ਸੀ ਕਿ ਪੈਟਰੋਲ ਵਧਣ ਤੇ ਅਸੀਂ ਕੋਈ ਡਿਸਕਸ਼ਨ ਜਾਂ ਅਸੀਂ ਤਨਕੀਦ ਨਹੀਂ ਕਰ ਰਹੇ, ਕੋਈ ਤਨਕੀਦ ਨਹੀਂ ਕਰ ਰਹੇ। ਅਗਰ ਘਟਿਆ ਹੈ ਤੇ ਫਿਰ ਇਹਦਾ ਜਿਹੜਾ ਨਾ ਜੀ ਬਾਕੀ ਚੀਜ਼ਾਂ ਦੇ ਰੇਟਸ ਵੀ ਜਿਹੜੇ ਨਾ ਉਹ ਥੱਲੇ ਆਉਣੇ ਚਾਹੀਦੇ, ਤੇ ਉਹ ਯਾਨੀ ਕਿ ਜਿਹੜੀਆਂ ਬਾਕੀ ਚੀਜ਼ਾਂ ਉਹਨਾਂ ਦੇ ਰੇਟਸ ਵੀ ਥੱਲੇ ਆਉਣੇ ਚਾਹੀਦੇ। ਤੇ ਅੱਜ ਦਾ ਪ੍ਰੋਗਰਾਮ ਅੱਜ ਬਿਲਕੁਲ ਸ਼ਾਰਟ ਜਿਹਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਸੀ ਕਿ ਚਲੋ ਨਾਲੇ ਇੱਕ ਪੈਟਰੋਲ ਦੀ ਮੁਬਾਰਕਬਾਦ ਦੇ ਦਈਏ, ਨਾਲੇ ਇਹਦੇ ਨਾਲ ਨਾਲ ਜਿਹੜੇ ਮਸਲੇ ਆ ਉਹਨਾਂ ਨੂੰ ਵੀ ਕੁਛ ਮਤਲਬ ਤੁਹਾਡੇ ਅੱਗੇ ਗੋਸ਼ਗੁਜ਼ਾਰ ਕਰੀਏ, ਤਾਂ ਕਿ
ਅਸੀਂ ਪਹਿਲੇ ਉਹਦਾ ਕੋਈ ਸੰਬੰਧ ਕਰ ਲਈਏ। ਤੇ ਇਨਸ਼ਾਅੱਲਾ ਕੱਲ੍ਹ ਇੱਕ ਨਵੇਂ ਟੌਪਿਕ ਦੇ ਨਾਲ, ਨਵੀਂ ਗੱਲ ਦੇ ਨਾਲ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤੇ ਕੱਲ੍ਹ ਤੱਕ ਅਮਰ ਪਾਸਮਾਨ ਨੂੰ ਇਜਾਜ਼ਤ ਦਿਓ।